ਸਤਿ ਸ੍ਰੀ ਅਕਾਲ ਜੀ। ਮੈਂ ਡਾਕਟਰ ਜੋਤੀ ਸ਼ਰਮਾ ਤੁਹਾਡਾ ਸਾਰਿਆਂ ਦਾ ਇਸ ਪੰਜਾਬੀ ਫਾਊਂਡੇਸ਼ਨ ਅਕੈਡਮੀ ਚੈਨਲ ਦੇ ਵਿੱਚ ਸਵਾਗਤ ਹੈ। ਅੱਜ ਦੀ ਇਸ ਵੀਡੀਓ ਦਾ ਵਿਸ਼ਾ ਹੈ ਮੱਧਕਾਲੀ ਸਾਹਿਤ ਦੇ ਅੰਤਰਗਤ ਆਉਣ ਵਾਲੇ ਵਿਸ਼ਿਆਂ ਤੇ ਉਹਨਾਂ ਦੇ ਅੰਤਰਗਤ ਆਉਣ ਵਾਲਾ ਪਹਿਲਾ ਵਿਸ਼ਾ ਗੁਰਮਤਿ ਕਾਵਿ-ਧਾਰਾ। ਇਸ ਸੰਬੰਧ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ। ਮੱਧਕਾਲੀ ਸਾਹਿਤ ਦੇ ਅੰਤਰਗਤ ਗੁਰਮਤਿ ਕਾਵਿ-ਧਾਰਾ, ਭਾਈ ਗੁਰਦਾਸ ਹੋਰ ਭਗਤ ਕਵੀ, ਹੋਰ ਸੰਪਰਦਾਵਾਂ ਦਾ ਸਾਹਿਤ, ਪੰਜਾਬੀ ਸੂਫੀ ਕਾਵਿ, ਪੰਜਾਬੀ ਕਿੱਸਾ ਕਾਵਿ, ਪੰਜਾਬੀ ਵੀਰ ਕਾਵਿ, ਮੁਗਲ ਕਾਲ ਦਾ ਇਸਲਾਮੀ ਸਾਹਿਤ, ਵਾਰਤਕ ਰਚਨਾ ਆਉਂਦੇ ਨੇ। ਅੱਜ ਅਸੀਂ ਸਭ ਤੋਂ ਪਹਿਲਾਂ ਕਿ ਗੁਰਮਤਿ ਕਾਵਿ-ਧਾਰਾ ਕੀ ਹੁੰਦੀ ਹੈ। ਗੁਰਮਤਿ ਕਾਵਿ-ਧਾਰਾ ਜੋ ਕਿ ਦੋ ਸ਼ਬਦਾਂ ਤੋਂ ਬਣਿਆ ਹੈ, ਗੁਰੂ ਪਲੱਸ ਮਤ। ਗੁਰੂ ਦਾ ਅਰਥ ਹੈ ਗੁਰੂ ਸਾਹਿਬਾਨਾ ਅਤੇ ਮਤ ਦਾ ਅਰਥ ਹੈ ਵਿਚਾਰਧਾਰਾ। ਸਾਹਿਤ ਦੇ ਵਿੱਚ ਜੋ ਗੁਰੂ ਸਾਹਿਬਾਨਾਂ ਨੇ ਆਪਣੇ ਵਿਚਾਰਧਾਰਾ ਨੂੰ ਪੇਸ਼ ਕੀਤਾ ਉਹਨਾਂ ਨੂੰ ਗੁਰਮਤਿ ਸਾਹਿਤ ਕਿਹਾ ਜਾਂਦਾ ਹੈ। ਗੁਰਮਤਿ ਸਾਹਿਤ ਗੁਰੂ ਸਾਹਿਬਾਨਾਂ ਦਾ ਸਾਹਿਤ ਹੈ। ਗੁਰੂ ਸਾਹਿਬਾਨਾਂ ਦੇ ਜੀਵਨ ਅਨੁਭਵ ਦੇ ਵਿੱਚੋਂ ਹੀ ਸਾਹਿਤ ਦੀ ਸਮਾਜ ਦੀ ਅਗਵਾਈ ਹੁੰਦੀ ਹੈ। ਜਿੱਥੇ ਗੁਰੂ ਸਾਹਿਬਾਨ ਸਾਹਿਤਕਾਰ ਤੇ ਸਮਾਜਿਕ ਅੰਦੋਲਨ ਦੇ ਮੋਢੀ, ਸੰਚਾਲਕ ਤੇ ਸਮਰਥਕ ਰਹੇ ਹਨ, ਉੱਥੇ ਮਹਾਨ ਸਾਹਿਤ ਕਿਸੇ ਮਹਾਨ ਪੁਰਸ਼ਾਂ ਦੁਆਰਾ ਹੀ ਰਚਿਆ ਜਾਂਦਾ ਹੈ। ਇਸੇ ਤਰੀਕੇ ਨਾਲ ਗੁਰੂ ਸਾਹਿਬਾਨਾਂ ਦੁਆਰਾ ਇਹ ਸਾਹਿਤ ਰਚਿਆ ਗਿਆ। ਇਹ ਇੱਕ ਅਦੁੱਤੀ ਪ੍ਰਮਾਣ ਹੈ ਜਿੱਥੇ ਸਮਾਜ ਦੀ ਅਗਵਾਈ ਜਰਨੈਲਾਂ, ਰਾਜਸੀ ਆਗੂਆਂ ਤੋਂ ਖੋ ਕੇ ਸਾਹਿਤਕਾਰ ਫਿਲਾਸਫਰ ਜੇਕਰ ਆਪਣੇ ਹੱਥਾਂ ਵਿੱਚ ਲੈ ਲੈਣ ਤਾਂ ਸਾਹਿਤ ਇੱਕ ਚਾਨਣ ਮੁਨਾਰੇ ਦੇ ਤੌਰ ਤੇ ਕੰਮ ਕਰੇਗਾ, ਉਹ ਸਮਾਜ ਦੀ ਭਲਾਈ ਲਈ ਕੰਮ ਕਰੇਗਾ। ਇਸ ਸਮੇਂ ਦੇ ਦੌਰਾਨ ਹੀ ਭਗਤੀ ਮਾਰਗ ਦੀ ਸ਼ਾਖ ਵੀ ਵਧੇਰੇ ਪ੍ਰਫੁੱਲਿਤ ਹੋਈ। ਇਸ ਸਮੇਂ ਉਹਨਾਂ ਨੇ ਦੱਸਿਆ ਹੈ ਕਿ ਗੁਰੂ ਸਾਹਿਬਾਨਾਂ ਨੇ ਦੱਸਿਆ ਹੈ ਕਿ ਉਸ ਸਮੇਂ ਭਗਤੀ ਮਾਰਗ ਦੀਆਂ ਜੜ੍ਹਾਂ ਕਰਮ ਖੇਤਰ ਵਿੱਚ ਸਨ ਤੇ ਉਹ ਸਮਾਜਿਕ ਖੇਤਰ ਦੀ ਭਲਾਈ ਵਿੱਚ ਵੀ ਧਿਆਨ ਦਿੰਦੇ ਸਨ ਤੇ ਉਸ ਸਮੇਂ ਜ਼ਿਆਦਾ ਗਿਆਨ ਪ੍ਰਫੁੱਲਿਤ ਹੋਇਆ ਸੀ। ਸਭ ਤੋਂ ਪਹਿਲਾਂ ਇਸ ਦੇ ਅੰਤਰਗਤ ਆਉਂਦੇ ਨੇ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦਾ ਸਮਾਂ ਹੈ 1469 ਤੋਂ 1539 ਈਸਵੀ ਤੱਕ ਦਾ। ਗੁਰੂ ਨਾਨਕ ਦੇਵ ਜੀ ਦੇ ਆਉਣ ਦੇ ਨਾਲ ਹੀ ਪੰਜਾਬੀ ਸਾਹਿਤ ਵਿੱਚ ਇੱਕ ਨਵੇਂ ਯੁੱਗ ਦਾ ਆਗਾਜ਼ ਹੋ ਗਿਆ ਸੀ। ਉਹਨਾਂ ਨੇ ਸਾਹਿਤ ਨੂੰ ਪਹਿਲੀ ਵਾਰੀ ਸਮਾਜਿਕ ਕਲਿਆਣ ਦੇ ਤੌਰ ਤੇ ਵਰਤਿਆ ਸੀ। ਗੁਰੂ ਸਾਹਿਬਾਨਾਂ ਨੇ ਬਹੁਤ ਹੀ ਜ਼ਿਆਦਾ ਸਾਹਿਤ ਦੇ ਵਿੱਚ ਸਮਾਜ ਦੇ ਭਲੇ ਦੇ ਲੋਕਾਂ ਦੇ ਭਲੇ ਬਾਰੇ ਗੱਲ ਕੀਤੀ। ਨੀਚਾ ਅੰਦਰ ਨੀਚ ਜਾਤ, ਨੀਚੀ ਹੂ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸੋ ਕਿਆ ਰੀਸ। ਗੁਰੂ ਨਾਨਕ ਦੇਵ ਜੀ ਨੇ ਸਿਰਫ ਗੁਣਾਂ ਦੇ ਪੱਖ ਤੋਂ ਹੀ ਨਹੀਂ ਸਗੋਂ ਗਿਣਾਤਮਕ ਦੋਨਾਂ ਪੱਖਾਂ ਤੋਂ ਬਹੁਤ ਹੀ ਜ਼ਿਆਦਾ ਮਹਾਨ ਸਾਹਿਤ ਰਚਿਆ ਹੈ। ਗੁਰੂ ਨਾਨਕ ਦੇਵ ਜੀ ਨੇ 2949 ਬੰਦ ਰਚੇ ਹਨ, ਜਿਨ੍ਹਾਂ ਦੀ ਗੁਰੂ ਅਰਜਨ ਦੇਵ ਜੀ ਨੂੰ ਛੱਡ ਕੇ ਸਭ ਤੋਂ ਜ਼ਿਆਦਾ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਉਹਨਾਂ ਦੀਆਂ ਬਾਣੀਆਂ ਇਸ ਪ੍ਰਕਾਰ ਹਨ: ਜਪ, ਸਿੱਧ ਗੋਸ਼ਟ, ਰਾਗ ਆਸਾ ਉਹਨਾਂ ਨੇ 3 ਵਾਰਾਂ ਰਚੀਆਂ ਸੀ, ਆਸਾ ਦੀ ਵਾਰ, ਮਾਝ ਦੀ ਵਾਰ ਤੇ ਮਲਾਰ ਦੀ ਵਾਰ। 12 ਮਾਹ ਤੁਖਾਰੀ, ਅਲੋਨੀਆਂ, ਬਾਬਰਵਾਣੀ, ਸ਼ਬਦ, ਸ਼ਲੋਕ, ਅਸ਼ਟਪਦੀਆਂ, ਪੱਟੀ, ਸ਼ਤ ਆਦਿ ਅਨੇਕਾਂ ਉਹਨਾਂ ਨੇ ਬਾਣੀਆਂ ਉਹਨਾਂ ਦੁਆਰਾ ਰਚੀਆਂ ਗਈਆਂ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 31 ਰਾਗ ਹਨ, ਜਿਨ੍ਹਾਂ ਦੇ ਵਿੱਚੋਂ 19 ਰਾਗਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਾਣੀ ਰਚੀ ਸੀ। ਉਹਨਾਂ ਨੇ ਸਿਰਫ ਬਾਣੀ ਨੂੰ ਰਾਗਾਂ ਦੇ ਨਾਲ ਹੀ ਨਹੀਂ ਸਗੋਂ ਵੱਖਰੇ ਵੱਖਰੇ ਕਾਵ ਰੂਪਾਂ ਦੇ ਨਾਲ ਬਾਣੀ ਨੂੰ ਰਚਿਆ ਸੀ। ਇਸ ਕਰਕੇ ਗੁਰੂ ਨਾਨਕ ਦੇਵ ਜੀ ਪਹਿਲੇ ਕਵੀ ਹਨ ਜਿਨ੍ਹਾਂ ਨੇ ਪਰੰਪਰਾ ਨੂੰ ਹੀ ਧਿਆਨ ਵਿੱਚ ਨਹੀਂ ਰੱਖਿਆ, ਸਗੋਂ ਉਹਨਾਂ ਨੇ ਕਈ ਦਾਰਸ਼ਨਿਕ ਸਿਧਾਂਤ ਵੀ ਪੇਸ਼ ਕੀਤੇ। ਉਹਨਾਂ ਦੇ 3 ਦਾਰਸ਼ਨਿਕ ਸਿਧਾਂਤ ਨੇ: ਸਦਾਚਾਰਕ, ਭਾਈਚਾਰਕ ਪੱਖਾਂ ਤੋਂ ਆਦਰਸ਼ਕ ਜੀਵਨ ਦੀ ਜਾਂਚ ਦੇ ਸਿਧਾਂਤ ਨੂੰ ਪੇਸ਼ ਕੀਤਾ ਸੀ। ਪਰਮ ਸੱਚ ਦੀ ਭਾਲ, ਉਹਨਾਂ ਨੇ ਆਤਮਾ ਤੇ ਪਰਮਾਤਮਾ ਨੂੰ ਕਿਵੇਂ ਮਿਲਾਇਆ ਜਾ ਸਕਦਾ ਹੈ ਉਸ ਸੰਬੰਧ ਵਿੱਚ ਜਾਣਕਾਰੀ ਦਿੱਤੀ ਸੀ। ਸ੍ਰਿਸ਼ਟੀ ਰਚਨਾ ਦੇ ਨਾਲ ਵੀ ਜੁੜੇ ਹੋਏ ਰਹੱਸਾਂ ਨੂੰ ਉਹਨਾਂ ਨੇ ਪੇਸ਼ ਕੀਤਾ ਸੀ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਲੋਕਾਂ ਨੂੰ ਇਸ ਤਰੀਕੇ ਨਾਲ ਆਪਣੇ ਨਾਲ ਜੋੜ ਲਿਆ ਸੀ ਕਿ ਉਸ ਸਮੇਂ ਦੇ ਹਾਕਮ ਵੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕੇ ਸੀ। ਉਹਨਾਂ ਨੇ ਬੜੀ ਬਹਾਦਰੀ ਦੇ ਨਾਲ ਉਸ ਸਮੇਂ ਦੇ ਹਾਕਮਾਂ ਦੇ ਖਿਲਾਫ ਵੀ ਬੋਲਿਆ ਸੀ। ਕਲ ਕਾਂਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ,
कूड़ अमावस सच चंद्रमा दिसे नहीं कह चढ़िया। कि उस समय दी किस तरीके दे हालात ने कि राजियां ने किस तरीके नाल कसाईयां दा रूप धारण कर लिया, उन्होंने बहुत ही बेबाकी दे नाल खुल के उन्हां नूं पेश कीता सी। गुरु नानक देव जी ने बाबर वाणी दे विच बाबर दे द्वारा कीते गए जुल्मां नूं भी पेश कीता सी। पाप की जंजले काबल ताया, जोरी मंगे दानवी लालो, शर्म धर्म दुए छुप खलोए, कूड़ फिरे प्रधान भी लालो। उन्होंने ने सिर्फ उस समय दे जो हर पासे झूठ का पसारा हो रहा है उसकी खुल के व्याख्या नहीं की, सगों जो कि उन्होंने एक इस्त्री पक्ष की इस्त्री भी मर्द के बराबर है उस नूं भी उन्होंने पेश किया सी। सो क्यों मंदा आखिए जित जम्मे राजान, वो कहते कि उस इस्त्री नूं माड़ा नहीं कहना चाहिए जिन्हों ने राजियां तक नूं जन्म दिता है। गुरु नानक देव जी सी जिन्हों ने इस्त्री के हक के प्रति अपनी आवाज उठाई सी। गुरु नानक देव जी ने दस्सिया है कि सारा कुछ उस परमात्मा के अनुसार ही हो रहा है, जो कुछ करने वाला है परमात्मा ही करने वाला है। फिर इस नाल ही उन्होंने उस समय दे विच बाबर दे कीते हमले दे बारे में जिक्र किया सी। इतनी मार पई कुरलाने तैकी दर्द ना आया, कि इन्ना सारा कुछ हो गया कि उसके मन विच जरा भी तरस वाले भाव पैदा ना होए। करता तो सबना कसोई, पर वो सारा कुछ परमात्मा आप ही करने वाला है। गुरु साहिबान ने जपजी साहिब की बाणी रची सी। जपजी साहिब जिस नूं की गुरबाणी की कुंजी भी कहा जाता है। इस विच 38 पौड़ियां हैं। इस दे विच इस बाणी नूं शुरू होने तो पहला एक मूल मंत्र भी आउंदा है। इस दे नाल ही दूसरी बाणी जो कि सिद्ध गोष्ठ है, जिस दे विच सिद्धां दे नाल होई विचार चर्चा दे बारे जिक्र किया है कि किस तरीके दे नाल ओह बाहर मुखी भेखां नूं जोर देण दी बजाए मनुख नूं अपनी आत्मा नूं उच्ची करन दा उपदेश दिंदे हन। प्रोफैसर पूरन सिंह ने गुरु नानक दे बारे ये कहा है कि गुरु नानक एक रब्बी गीत बन के आए सी। नीले गगन नूं वेख के उन्होंने इलाही गीत अलापना शुरू कर दिता सी, परमात्मा दे गीत गाने उन्होंने शुरू कर दिते सी। उन्हां दी एक आरती है जिस दे विच जिक्र है, गगन में थाल रवि चंद दीपक बने, तारिका मंडल जनक मोती, कैसी आरती हुई पव खंडना तेरी आरती। कि सारा संसार सारा आसमान जिहड़ा कि एक थाल दे समान है, रवि सूरज ते चंद्रमा जो कि उस विच दीपक बने हुए ने, सारे तारा मंडल सारा जो कि तेरी आरती उतारन दे विच लगा होया है। हे पवखंडना तेरी किस तरीके दी अचरज आरती हो रही है कि हर एक प्राणी तेरी आरती गाउण दे विच रुझा होया है। उन्होंने अपनी बाणी दे विच परमात्मा दा नाम भुल्लण बारे भी कई बाणी दे विच अजिहे शब्द दस्से ने जिन्हां दे विच परमात्मा दा नाम भुल्लण बारे जिक्र किया है कि हे परमात्मा जेकर मेरे लिए एक अपने आप एक जीव इसी रूप विच कहंदे ने कि हे परमात्मा जेकर मैनू मोतियां दा महल उसर जाए वो सारा मोतियां नाल जड़िया होया होवे पर उसनू डर है कि वो तेरा नाम ही ना भुल जावे। जेकर वो हरनी होवे जंगल विच रवे कंद मूल खावे पर जेकर उस अवस्था विच उसनू परमात्मा दे दर्शन हो जाए तां भाग वाली है। पर जेकर उसनू उस अवस्था विच भी जेकर परमात्मा तेरा नाम भुल जाती है तो उसनू लगता है कि मेरा सारा जीवना व्यर्थ है। इस दे नाल ही उन्हां दे कई शब्दां दे विच उन्होंने श्रृंगार रस अलग अलग रसां दी भी वरतों की है। जिस तरह श्रृंगार रस है, मोरी रुंझुन लाया भैणे सावन आया, जो से कंठ न लगियां जलन सी बहरियां। कि हे भैणे सावन दा महीना आ गया है, मोरा ने पहला पाने शुरू कर दित्तियां ने, जो से कंठ न लगे जो बावां परमात्मा दे गल ना लग सकियां ते उस नाल ओ बावां जल जानी चाहिए ने, जिस नाल ओ श्रृंगार भी अधूरा है जेकर परमात्मा नूं ना मिल सके। इस दे नाल ही उन्होंने अद्भुत रस बारे भी जिक्र किया है, विस्माद नाद विस्माद वेद भयानक रस का भी उन्होंने बाणी दे विच सानू जिक्र मिलता है। पै विच पवन वेह सद वाओ, पै विच सूरज पै विच चंद। इस दे नाल उन्हां दी बाणी विच सिर्फ श्रृंगार रस अद्भुत रस भयानक रस ही नहीं सगों रोदर रस करुणा रस हास रस आदि जो कि सानू गुरु दी बाणी दे विचों सानू प्राप्त हुंदे ने। उन्होंने अलग अलग अपनी बाणी दे विच अलंकार भी वरते ने, जिवें कि एक उदाहरण है उपमा अलंकार दी, जैसे जल में कमल निरालम मुरगाई निशाने, सूरत शब्द पव सागर तरिए नानक नाम वखाने। उन्हां दियां बाणी दे विच कई अजिहियां तुक्कां ने जो कि बहुत ही ज्यादा सानू अटल सच्चाई नूं रूपमान करदियां ने ते इक लोक जीवन दा अंग बन गईयां ने। हक पराया नानका उस सूर उस गाए, कि पराए हक दी वरतों करना मुसलमान दे लई सूर दे बराबर है।
ਤੇ ਹਿੰਦੂਆਂ ਦੇ ਲਈ ਗਾਂ ਦੇ ਬਰਾਬਰ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈ ਤਤ, ਕਿ ਮਿੱਠਾ ਬੋਲਣਾ ਚਾਹੀਦਾ ਹੈ, ਨਿਮਰਤਾ ਧਾਰਨ ਕਰਨੀ ਚਾਹੀਦੀ ਹੈ। ਇਹ ਸਾਰੇ ਗੁਣ ਚੰਗਿਆਈਆਂ ਦੇ ਹੀ ਨਿਚੋੜ ਹੈ। ਇਸ ਤਰ੍ਹਾਂ ਗੁਰੂ ਸਾਹਿਬਾਨ ਦੀ ਕਾਵ ਸਿਰਜਣਾ ਸਾਡੇ ਸਾਹਿਤ ਦਾ ਇੱਕ ਅਮਰ ਖਜ਼ਾਨਾ ਹਨ, ਜੋ ਕਿ ਉਹਨਾਂ ਦੇ ਇਤਿਹਾਸ ਦੇ ਵਿੱਚ ਦੇਖੀਏ ਤਾਂ ਉਹਨਾਂ ਦੀ ਜਿਹੜੀ ਇਹ ਬਾਣੀ ਹੈ, ਉਹਨਾਂ ਦਾ ਜੋ ਵਿਸ਼ਾ ਹੈ ਤੇ ਜੋ ਉਹ ਕਲਾ ਪੱਖ ਹੈ, ਉਹ ਉਹਨਾਂ ਦੀ ਇੱਕ ਪ੍ਰਤਿਭਾ ਦੀ ਅਲੱਗ ਹੀ ਪਹਿਚਾਣ ਬਖਸ਼ਦੇ ਹਨ। ਗੁਰੂ ਅੰਗਦ ਦੇਵ ਜੀ, ਉਸ ਤੋਂ ਅਗਲੇ ਗੁਰੂ ਹਨ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦਾ ਸਮਾਂ ਹੈ 1532 ਤੋਂ 1539। ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਭਾਈ ਲਹਿਣਾ ਜੀ, ਜਿਨ੍ਹਾਂ ਨੂੰ ਕਿ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਹਨਾਂ ਨੂੰ ਸੌਂਪੀ ਗਈ ਸੀ। ਗੁਰੂ ਅੰਗਦ ਦੇਵ ਜੀ ਜੋ ਕਿ ਫੇਰੂਮਲ ਤੇ ਮਾਤਾ ਦਇਆ ਕੌਰ ਦੇ ਕੁੱਖੋਂ ਹੋਏ ਸੀ, ਉਹਨਾਂ ਨੇ 63 ਸ਼ਲੋਕਾਂ ਦੀ ਰਚਨਾ ਕੀਤੀ ਸੀ। ਉਹਨਾਂ ਦੇ ਸੁਭਾਅ ਦੇ ਵਿੱਚ ਵੀ ਨਿਮਰਤਾ ਵਾਲਾ ਗੁਣ ਸੀ। ਸੱਚੇ ਕੀ ਕੋਠਰੀ ਸੱਚੇ ਕਾ ਵਾਸ, ਕਿ ਸਾਰਾ ਸੰਸਾਰ ਇੱਕ ਕੋਠਰੀ ਦੇ ਸਮਾਨ ਹੈ, ਜਿਸ ਵਿੱਚ ਉਸ ਪਰਮਾਤਮਾ ਦਾ ਨਿਵਾਸ ਹੈ। ਕਹਿੰਦੇ ਕਿ ਮਨੁੱਖ ਨੂੰ ਹਉਮਾ ਦਾ ਤਿਆਗ ਕਰਨਾ ਚਾਹੀਦਾ ਹੈ। ਜੇਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੋਇਆ ਗੁਰਬਿਨ ਘੋਰ ਅੰਧਾਰ, ਕਿ ਜੇਕਰ 100 ਕਿਸਮ ਦੇ ਸੂਰਜ ਚੰਦਰਮਾ ਉਗ ਜਾਣ, ਪਰ ਗੁਰੂ ਦੇ ਬਿਨਾਂ ਹਨੇਰਾ ਹੀ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਉਹਨਾਂ ਨੇ ਗੁਰੂ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ ਸੀ। ਉਹਨਾਂ ਦੀਆਂ ਕਈ ਇਸ ਤਰੀਕੇ ਦੀਆਂ ਅਖੌਤਾਂ ਸਨ ਜੋ ਕਿ ਬਹੁਤ ਜ਼ਿਆਦਾ ਪ੍ਰਸਿੱਧ ਸਨ, ਜਿਵੇਂ ਹਉਮਾ ਦੀਰਘ ਰੋਗ ਹੈ ਦਾਰੂ ਵੀ ਇਸਮੇ। ਤੇ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਸਾਧਿਆ ਸੀ ਤੇ ਗੁਰਮੁਖੀ ਅੱਖਰਾਂ ਦੀ ਵਰਣਮਾਲਾ ਨੂੰ ਇੱਕ ਤਰਤੀਬ ਦਿੱਤੀ ਸੀ। ਇਸ ਲਈ ਉਹਨਾਂ ਨੂੰ ਗੁਰਮੁਖੀ ਲਿਪੀ ਦੇ ਨਿਰਮਾਤਾ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਅਸੀਂ ਅਗਲੀ ਵੀਡੀਓ ਦੇ ਵਿੱਚ ਅਗਲੇ ਗੁਰੂ ਸਾਹਿਬਾਨਾਂ ਦਾ ਜ਼ਿਕਰ ਕਰਾਂਗੇ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਤੇ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਪ੍ਰਸ਼ਨ ਹੈ ਤਾਂ ਉਸ ਨੂੰ ਕਮੈਂਟ ਦੇ ਰਾਹੀਂ ਜ਼ਰੂਰ ਪੁੱਛੋ। ਧੰਨਵਾਦ ਜੀ।